ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਸਮਤ ਸੂਬੇ ਸਰਬ ਤੋਪ ਗਨ ਕੁਦਰਤ ਕੁਰਦਤ ਹੈ ਕਸਵਾਈ। ਕਰ ਕਰ ਬੁੱਧ ਬਲ ਅਨੇਕ ਘਾਤ ਤੇ ਛੋਰ ਦਈ ਸਮੁਦਾਈ। ਬਿਸਮਤ ਸੂਬੇ ਸਰਬ ਤੋਪ ਗਨ ਕੁਦਰਤ ਹੈ ਕਸਵਾਈ। ਪਰਮ ਸਨਮਾਨਯੋਗ ਪਰਮ ਪੂਜਨੀਕ ਜੁਗੋ ਜੁਗ ਅਟਲ ਗੁਰਤਾ ਗੱਦੀ ਦੇ ਸਿੰਘਾਸਨਾਂ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ। ਸਨਿਮਰ ਗੁਰ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਨਿਤ ਦੀ ਮਰਿਆਦਾ ਅਨੁਸਾਰ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਦੇ ਦੀਵਾਨ ਸੱਜੇ ਨੇ। ਆਓ ਕੁਝ ਸਮਾਂ ਮਨੋ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਯੁੱਧਾਂ ਦੇ ਪ੍ਰਸੰਗ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਸ਼੍ਰੀ ਗੁਰਪ੍ਰਤਾਪ ਸੂਰਜਨਾਮੇ ਗ੍ਰੰਥ ਵਿੱਚ 6ਵੀਂ ਰੁੱਤ ਅੰਦਰ ਸੁੰਦਰ ਛੰਦਾਬੰਦੀ ਦੇ ਵਿੱਚ ਉਚਾਰਨ ਕਰ ਰਹੇ ਹਨ। ਅਨੰਦਪੁਰ ਸਾਹਿਬ ਦੀ ਚੌਥੀ ਜੰਗ ਕਲਗੀਧਰ ਪਾਤਸ਼ਾਹ ਮਹਾਰਾਜ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੇ ਨਾਲ ਲੜ ਰਹੇ ਨੇ। ਤੀਜੇ ਦਿਨ ਦਾ ਜੰਗ ਆਰੰਭ ਹੈ। ਸੰਧਿਆ ਦਾ ਸਮਾਂ ਹੋ ਗਿਆ। ਸ਼ਾਮਾਂ ਤੱਕ ਗੁਰੂ ਕੇ ਸਿੰਘਾਂ ਨੇ ਅਨੇਕਾਂ ਹੀ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ। ਉਧਰੋਂ ਸੰਧਿਆ ਦੇ ਸਮੇਂ ਗੁਰੂ ਕੇ ਸਿੰਘਾਂ ਨੇ ਆਪਣੀ ਮਰਿਆਦਾ ਨਹੀਂ ਛੱਡੀ। ਸੰਧਿਆ ਦੇ ਸਮੇਂ ਵੀ ਦੀਵਾਨ ਲਾ ਕਰਕੇ ਸੋਦਰ ਦੀ ਚੌਂਕੀ ਲਗਾ ਕਰਕੇ ਸਤ ਸੰਗਤ ਕਰ ਰਹੇ ਹਨ। ਇੱਧਰੋਂ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੂੰ ਜ਼ਬਰਦਸਤ ਖਾਂ ਕਹਿਣ ਲੱਗਾ ਕਿ ਆਪਣੀ ਫੌਜ ਦਾ ਬਹੁਤ ਨੁਕਸਾਨ ਹੋ ਰਿਹਾ, ਇਸ ਕਰਕੇ ਅੱਗੇ ਵੱਧ ਕੇ ਜੰਗ ਲੜਨ ਦੀ ਬਜਾਏ ਇੱਥੇ ਰੁਕ ਕੇ ਕੋਈ ਨਾ ਕੋਈ ਘਾਹ ਕੋਈ ਨਾ ਕੋਈ ਦਾਊ ਵਿਚਾਰ ਨਾ ਕਰੀਏ ਜੰਗ ਦਾ। ਤਾਂ ਵਜ਼ੀਰ ਖਾਂ ਕਹਿਣ ਲੱਗਾ ਕਿ ਤੋਪਾਂ ਲੈ ਕੇ ਆਓ। ਤੋਪਾਂ ਦੇ ਨਿਸ਼ਾਨੇ ਮੈਂ ਗੁਰੂ ਅਤੇ ਗੁਰੂ ਕੇ ਸਿੰਘਾਂ ਦੇ ਵੱਲ ਆਪ ਬੰਨ੍ਹਣਾ ਕਰਾਂਗਾ ਤੇ ਆਪ ਤੋਪਾਂ ਦੇ ਵਿੱਚੋਂ ਤੋਪਚੀਆਂ ਨੂੰ ਕਹਿ ਕੇ ਗੋਲੇ ਚਲਵਾਵਾਂਗਾ। ਫਿਰ ਦੇਖਾਂਗਾ ਕਿ ਇਹ ਮੁੱਠੀ ਭਰ ਸਿੰਘ ਮੇਰੀਆਂ ਤੋਪਾਂ ਦੇ ਗੋਲੇ ਅੱਗੇ ਕਿਸ ਤਰੀਕੇ ਨਾਲ ਰੁਕਣਗੇ। ਉਸ ਸਮੇਂ ਭਾਰੀਆਂ ਤੋਪਾਂ ਖਿੱਚ ਧੂ ਕੇ ਬਲਦਾਂ ਘੋੜਿਆਂ ਅਤੇ ਸਿਪਾਹੀਆਂ ਦੇ ਨਾਲ ਮੈਦਾਨੇ ਜੰਗ ਵਿੱਚ ਲਿਆ ਖੜੀਆਂ ਕੀਤੀਆਂ ਗਈਆਂ। ਇੱਕੋ ਕਤਾਰ ਦੇ ਵਿੱਚ ਉਹ ਤੋਪਾਂ ਬੀੜ ਦਿੱਤੀਆਂ ਗਈਆਂ ਤੇ ਉਧਰੋਂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਦੇ ਸਮੇਤ ਦੀਵਾਨ ਲਾ ਕੇ ਬੈਠੇ ਆ। ਸੋਦਰ ਦੇ ਜਾਪ ਸਿੰਘ ਪੜ੍ਹ ਰਹੇ ਆ ਤੇ ਸੁਣ ਰਹੇ ਹਨ। ਇਸ ਵਜ਼ੀਰ ਖਾਨ ਨੇ ਆਪ ਤੋਪਾਂ ਦੇ ਨਿਸ਼ਾਨੇ ਵੱਲ ਕੱਸ ਦੇਣਾ ਕੀਤੇ। ਇੱਧਰੋਂ ਗੁਰੂ ਕੇ ਸਿੰਘਾਂ ਨੇ ਜਿਹੜੇ ਸਾਵਧਾਨ ਹੋ ਕੇ ਜਾਣਕਾਰੀ ਲੈ ਰਹੇ ਸਨ ਉਹਨਾਂ ਕਲਗੀਧਰ ਪਾਤਸ਼ਾਹ ਨੂੰ ਦੱਸਿਆ। ਮਹਾਰਾਜ ਕਹਿਣ ਲੱਗੇ ਪਰਵਾਹ ਨਾ ਕਰੋ, ਅਕਾਲ ਪੁਰਖ ਵਾਹਿਗੁਰੂ ਉਹ ਆਪ ਰੱਖਿਆ ਕਰੇਗਾ।
ਤਾਂ ਇਧਰੋਂ ਵਜ਼ੀਰ ਖਾਨ ਨੇ ਜਦੋਂ ਗੋਲੇ ਚਲਵਾਏ ਹਨ ਤਾਂ ਉਹ ਸਾਰੇ ਗੋਲੇ ਉਹ ਸਤ ਸੰਗਤ ਕਰਦੇ ਸਿੰਘਾਂ ਦੇ ਉੱਪਰੋਂ ਦੀ ਲੰਘ ਗਏ। ਗੁਰੂ ਕੇ ਸਿੰਘਾਂ ਦੇ ਉੱਪਰ ਇੱਕ ਵੀ ਗੋਲਾ ਇਹਨਾਂ ਮੁਗਲਾਂ ਵੱਲੋਂ ਛੱਡਿਆ ਡਿੱਗਾ ਨਹੀਂ ਹੈ। ਵਜ਼ੀਰ ਖਾਨ ਹੈਰਾਨ ਹੈ, ਤੋਪਾਂ ਦੇ ਮੂੰਹ ਇੱਧਰ ਉੱਧਰ ਘੁਮਾਉਣਾ ਕੀਤੇ ਤੇ ਜੇ ਮੂੰਹ ਤਾਂ ਕਰ ਦਿੰਦਾ ਹੈ ਤਾਂ ਆਕਾਸ਼ ਵਿੱਚੋਂ ਦੀ ਲੰਘ ਜਾਂਦੇ ਪਾਰ ਜਿਹੜੀ ਇਹਨਾਂ ਦੀ ਘੇਰਾਬੰਦੀ ਕੀਤੀ ਹੋਈ ਸੀ ਮੁਗਲਾਂ ਦੀ, ਉਹ ਉਹਨਾਂ ਦੇ ਘੇਰੇ ਉੱਪਰ ਜਾ ਕੇ ਗੋਲੇ ਡਿੱਗਦੇ ਆਪਣਾ ਹੀ ਨੁਕਸਾਨ ਕਰਵਾ ਰਹੇ ਨੇ। ਤੇ ਜੇ ਉਹਨਾਂ ਤੋਪਾਂ ਦੇ ਮੂੰਹ ਹੇਠਾਂ ਵੱਲ ਕਰ ਦਿੰਦੇ ਆ ਤੇ ਉਹ ਤੋਪਾਂ ਦੇ ਗੋਲੇ ਫਿਰ ਵੀ ਸਿੰਘਾਂ ਉੱਪਰ ਜਾ ਕੇ ਨਹੀਂ ਡਿੱਗਦੇ, ਸਗੋਂ ਪਹਾੜਾਂ ਦੀਆਂ ਜੜ੍ਹਾਂ ਵਿੱਚ ਜਾ ਕੇ ਵੱਜਦੇ ਹਨ। ਇਸ ਤਰੀਕੇ ਨਾਲ ਇਹ ਸਰਹੰਦ ਦਾ ਸੂਬਾ ਵਜ਼ੀਰ ਖਾਂ ਤੇ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਇਹ ਬੜੇ ਹੈਰਾਨ ਹੋਏ ਨੇ। ਨਾਲ ਪਹਾੜੀ ਰਾਜੇ ਜਿਹੜੇ ਵਿਸਾਲਪੁਰ ਦਾ ਰਾਜਾ, ਕਾਂਗੜ ਦਾ ਰਾਜਾ ਘੁਮੰਡ ਚੰਦ ਅਤੇ ਅਮੀਰ ਚੰਦ, ਇਹਦੇ ਨਾਲ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ, ਇਸ ਦੇ ਨਾਲ ਹੀ ਸੁਕੇਤ ਮੰਡੀ ਦਾ ਰਾਜਾ, ਗੁਲੇਰੀਆ ਦਾ ਰਾਜਾ ਅਤੇ ਨਾਲ ਸ਼੍ਰੀਨਗਰ ਦੇ ਇਹ ਜਿੰਨੇ ਪਹਾੜੀ ਰਾਜੇ ਇਕੱਠੇ ਹੋ ਕਰਕੇ ਆਏ ਹੈ, ਵੇਖ ਕੇ ਹੈਰਾਨ ਹੋ ਰਹੇ ਨੇ। ਇੱਥੋਂ ਤੱਕ ਦੀ ਵਿਚਾਰ ਕੱਲ ਸਰਵਣ ਕੀਤੀ ਸੀ। ਆਓ ਅੱਗੋਂ ਜਿਸ ਤਰ੍ਹਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਅੱਗੋਂ ਦਾ ਹਾਲ ਬਿਰਤਾਂਤ ਵਰਣਨ ਕਰਦੇ ਨੇ, ਮਨੋ ਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਬੜੇ ਪ੍ਰੇਮ ਸਤਿਕਾਰ ਸਹਿਤ ਸਰਵਣ ਕਰਨਾ ਕਰੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਸਮਤ ਸੂਬੇ ਸਰਬ ਤੋਪ, ਗਨ ਕ੍ਰੁਦਤ ਹੈ ਕਸਵਾਈ। ਇਸ ਤਰ੍ਹਾਂ ਜਦੋਂ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕੀਤੇ, ਕੋਈ ਵੀ ਗੋਲਾ ਗੁਰੂ ਕੇ ਸਿੰਘਾਂ ਦਾ ਕੁਝ ਨਾ ਵਿਗਾੜ ਸਕਿਆ। ਤਾਂ ਇਹ ਸੂਬਾ ਸਰਹੰਦ ਵਜ਼ੀਰ ਖਾਂ ਬੜਾ ਬਿਸਮਤ ਹੈਰਾਨ ਹੋਇਆ। ਹੈਰਾਨ ਹੋ ਕਰਕੇ ਇਸ ਨੇ ਦੁਬਾਰਾ ਫਿਰ ਸਮੂਹ ਤੋਪਾਂ ਜਿਹੜੀਆਂ ਸਨ ਬੜੇ ਗੁੱਸੇ ਦੇ ਵਿੱਚ ਹੋ ਕੇ ਕਸਵਾਉਣਾ ਕੀਤੀਆਂ ਨੇ, ਭਾਵ ਉਹਨਾਂ ਦੇ ਵਿੱਚ ਬਾਰੂਦ ਭਰਨਾ ਕੀਤਾ ਦੁਬਾਰਾ। ਕਰ ਕਰ ਬੁੱਧ ਬਲ ਅਨਕ ਬਾਤ ਘਾਤ ਤੇ ਛੋਰ ਦਈ ਸਮੁਦਾਈ। ਇਸ ਤਰ੍ਹਾਂ ਇਹ ਵਜ਼ੀਰ ਖਾਂ ਆਪਣੀ ਬੁੱਧੀ ਦਾ ਬਲ ਲਾ ਕੇ, ਭਾਵ ਆਪਣੀ ਅਕਲ ਦੀ ਬੜੀ ਸਿਆਣਪ ਦੇ ਨਾਲ ਸਿਆਣਾ ਬਣ ਕੇ ਬਾਕੀ ਦੇ ਪਹਾੜੀ ਰਾਜਿਆਂ ਨੂੰ ਪਿਛਾਂਹ ਕਰਕੇ ਕਿ ਤੁਹਾਨੂੰ ਕੁਝ ਨਹੀਂ ਪਤਾ, ਮੈਂ ਤੁਹਾਨੂੰ ਦੱਸਦਾ ਕਿ ਤੋਪਾਂ ਕਿਵੇਂ ਚਲਾਈਦੀਆਂ, ਜੰਗ ਕਿਵੇਂ ਜਿੱਤੀ ਦੀ ਹੈ। ਇੱਦਾਂ ਸਾਰਿਆਂ ਨੂੰ ਪਿਛਾਂਹ ਕਰਕੇ ਆਪਣੀ ਬੁੱਧੀ ਦੇ ਬਲ ਨਾਲ, ਆਪਣੀ ਅਕਲ ਦੀ ਸਿਆਣਪ ਨਾਲ ਇਸ ਤਰ੍ਹਾਂ ਇਹ ਬੜੇ ਘਾਹ ਕਰ ਕਰਕੇ ਤੋਪਾਂ ਦੇ ਗੋਲੇ ਚਲਾ ਦੇਣਾ ਕੀਤੇ ਦੁਬਾਰਾ। ਨੀਚੇ ਮੁਖ ਜਬ ਕਰਹਿ ਤੋਪ ਕੇ, ਗਿਰ ਕੀ ਜਰ ਮਹਿ ਲਾਗੈ। ਜਦੋਂ ਵਜ਼ੀਰ ਖਾਂ ਤੋਪਾਂ ਦੇ ਮੂੰਹ ਹੇਠਾਂ ਵੱਲ ਕਰ ਦਿੰਦਾ ਨਾ ਜ਼ਿਆਦਾ, ਉਦੋਂ ਤੋਪਾਂ ਦੇ ਗੋਲੇ ਪਹਾੜਾਂ ਦੀਆਂ ਜੜ੍ਹਾਂ ਵਿੱਚ ਜਾ ਕੇ ਲੱਗਦੇ, ਕਿਉਂਕਿ ਅਨੰਦਪੁਰ ਸਾਹਿਬ ਦੀ ਸੁੰਦਰ ਨਗਰੀ ਇਹ ਚਾਰ ਛੁਪੇਰੇ ਇਸ ਦੇ ਪਹਾੜ ਹੀ ਪਹਾੜ ਨੇ। ਬੜਾ ਸੁੰਦਰ ਅਤੇ ਰਮਣੀਕ ਅਸਥਾਨ ਹੈ। ਇੱਥੇ ਇਹ ਚੌਥੀ ਜੰਗ ਕਲਗੀਧਰ ਪਾਤਸ਼ਾਹ ਮਹਾਰਾਜ ਲੜਦੇ ਪਏ ਹਨ। ਜਦੋਂ ਵਜ਼ੀਰ ਖਾਂ ਤੋਪਾਂ ਦੇ ਮੂੰਹ ਜ਼ਿਆਦਾ ਹੇਠਾਂ ਵੱਲ ਕਰਕੇ ਗੋਲੇ ਚਲਾਉਂਦਾ ਤਾਂ ਉਹ ਗੋਲੇ ਸਿੰਘਾਂ ਦੇ ਉੱਪਰ ਡਿੱਗਣ ਦੀ ਬਜਾਏ ਉਹਨਾਂ ਪਹਾੜਾਂ ਦੀਆਂ ਜੜ੍ਹਾਂ ਵਿੱਚ ਜਾ ਕੇ ਲੱਗਦੇ ਹਨ। ਜੇ ਉੱਚੋ ਕਰ ਛੋਰ ਹੈ ਗੋਰਾ, ਤਤ ਛਿਨ ਜਾਵਤ ਆਗੈ। ਤੇ ਜੇ ਕਰਕੇ ਤੋਪਾਂ ਦੇ ਮੂੰਹ ਜ਼ਿਆਦਾ ਉਤਾਂਹ ਨੂੰ ਕਰ ਦਿੰਦਾ ਤਾਂ ਉਹ ਫਿਰ ਵੀ ਸਿੰਘਾਂ ਉੱਪਰ ਨਹੀਂ ਲੱਗਦੇ। ਸੰਗਤ ਕਰਦੇ ਸਿੰਘਾਂ ਦੇ ਉੱਪਰੋਂ ਦੀ ਆਕਾਸ਼ ਨੂੰ ਚੀਰਦੇ ਹੋਏ ਅੱਗੇ ਡਿੱਗ ਜਾਂਦੇ ਹਨ। ਸ਼ੂਕਤ ਨਭ ਮਹਿ ਨਿਫਲ ਪਰੈ, ਕਿਤ ਬਾਮ ਕੇ ਦਾਹਨ ਜਾਈ। ਇਸ ਤਰ੍ਹਾਂ ਉਹ ਗੋਲੇ ਸ਼ੂਕਦੇ ਹੋਏ ਨਭ ਨਾਮ ਹੈ ਆਕਾਸ਼ ਦਾ, ਆਕਾਸ਼ ਨੂੰ ਚੀਰਦੇ ਹੋਏ ਅਗਾਂਹ ਵੱਧਦੇ ਹੈ ਤੇ ਨਿਫਲ ਹੋ ਕੇ, ਨਿਫਲ ਦਾ ਅਰਥ ਹੈ ਵਿਅਰਥ, ਵਿਅਰਥ ਹੋ ਕਰਕੇ ਉਹ ਡਿੱਗਦੇ ਆ। ਕੋਈ ਗੋਲਾ ਬਾਮ ਨਾਮ ਹੈ ਖੱਬੀ ਦਿਸ਼ਾ ਵਿੱਚ, ਕੋਈ ਦਾਹਨ ਨਾਮ ਹੈ ਸੱਜੀ ਦਿਸ਼ਾ ਦੇ ਵਿੱਚ ਜਾ ਕੇ ਡਿੱਗ ਜਾਂਦਾ ਹੈ। ਸਰਬ ਸਭਾ ਯੁਤ ਸਤਿਗੁਰ ਬੈਸੇ, ਚਿੰਤਾ ਕਿਸੂ ਨ ਕਾਈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਸੰਧਿਆ ਦੇ ਸਮੇਂ ਦਾ ਦੀਵਾਨ ਸਜਾ ਕਰਕੇ ਬੈਠੇ ਆ। ਸੋਦਰ ਦੀ ਚੌਂਕੀ ਹੋ ਰਹੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਬੇਪਰਵਾਹ ਨੇ, ਬੇਪਰਵਾਹ ਸਦਾ ਰੰਗ ਹਰ ਕੇ ਜਾਗੋ ਪਾਖ ਸੁਆਮੀ।
ਜਿਹਦਾ ਪੱਖ ਅਕਾਲ ਪੁਰਖ ਵਾਹਿਗੁਰੂ ਆਪ ਪੂਰ ਰਿਹਾ ਹੋਵੇ, ਉਹਨੂੰ ਭਲਾ ਕਿਸ ਦੀ ਚਿੰਤਾ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਖੁਦ ਆਪ ਪਰਮੇਸ਼ਰ ਹੈ। ਨਿਸ਼ਚਿੰਤ ਹੋ ਕਰਕੇ ਉਹ ਸਤ ਸੰਗਤ ਵਿੱਚ ਸਿੰਘਾਸਣ ਦੇ ਉੱਪਰ ਬਿਰਾਜਮਾਨ ਹਨ। ਬਾਰ ਬਾਰ ਤਾਕਤ ਪੁਨ ਛੋਰ ਹੈ, ਕਰ ਕਰ ਨਿਜ ਮਤ ਆਛੇ। ਤੇ ਵਜ਼ੀਰ ਖਾਂ ਇਹ ਹਿੰਮਤ ਨਹੀਂ ਹਾਰਦਾ ਪਿਆ, ਆਪਣੀ ਮਤ ਕਰਕੇ ਆਪਣੀ ਬੁੱਧੀ ਕਰਕੇ ਵਾਰ-ਵਾਰ ਨਿਸ਼ਾਨੇ ਬੰਨ ਕੇ ਤੱਕ ਕੇ ਗੋਲੇ ਚਲਾਉਂਦਾ ਹੈ। ਨਹਿ ਦੀਵਾਨ ਮਹਿ ਗੋਰਾ ਲਗਿਓ, ਜਹ ਮਾਰਨ ਕੋ ਬਾਂਛੈ। ਜਿੱਥੇ ਵਜ਼ੀਰ ਖਾਂ ਗੋਲਾ ਮਾਰਨ ਦੀ ਬਾਂਛੇ ਨਾਮ ਇੱਛਾ ਕਰਦਾ ਹੈ ਨਾ, ਉਥੇ ਗੋਲਾ ਜਾ ਕੇ ਲੱਗਦਾ ਨਹੀਂ ਹੈ। ਇੱਕ ਕੀ ਨਿੰਦਾ ਦੂਸਰ ਕਰ ਕਰ, ਤਾਕ ਤਾਕ ਕਰ ਛੋਰੈ। ਹੁਣ ਜਿਹੜੇ ਅੱਡੋ ਅੱਡ ਸਿਖਲਾਈ ਕੀਤੀ ਹੈ, ਕੋਈ ਬੰਦੂਕ ਦਾ ਧਨੀ ਹੈ, ਕੋਈ ਧਨੁਖ ਦਾ ਧਨੀ ਹੈ, ਕੋਈ ਤਲਵਾਰ ਚਲਾਉਣ ਦਾ ਧਨੀ ਹੈ, ਇਸੇ ਤਰੀਕੇ ਨਾਲ ਜਿਹੜੇ ਤੋਪਾਂ ਨੂੰ ਚਲਾਉਣ ਵਾਲੇ ਤੋਪਚੀ ਸਨ ਨਾ, ਉਹ ਜਦੋਂ ਇੱਕ ਤੋਪਚੀ ਗੋਲਾ ਚਲਾਉਂਦਾ ਤੇ ਉਹਦਾ ਗੋਲਾ ਛੱਡਿਆ ਹੋਇਆ ਨਿਸ਼ਫਲ ਚਲਾ ਜਾਂਦਾ, ਵਿਅਰਥ ਚਲਾ ਜਾਂਦਾ, ਤੇ ਉਹਦੇ ਨਾਲ ਦਾ ਖਲੋਤਾ ਦੂਜਾ ਤੋਪਚੀ ਨਾ ਉਹਦੀ ਨਿੰਦਿਆ ਕਰਦਾ ਵੀ ਤੂੰ ਲੱਗਦਾ ਅਭਿਆਸ ਚੰਗੀ ਤਰ੍ਹਾਂ ਨਹੀਂ ਕੀਤਾ ਗੋਲੇ ਚਲਾਉਣ ਦਾ, ਤੂੰ ਪਰੇ ਹੋ, ਹੁਣ ਮੈਂ ਚਲਾ ਕੇ ਵਿਖਾਉਣਾ ਤੇ ਮੇਰਾ ਤੋਪ ਦੇ ਵਿੱਚੋਂ ਚਲਾਇਆ ਹੋਇਆ ਗੋਲਾ ਵੇਖ। ਇੱਦਾਂ ਭਾਈ ਸੰਤੋਖ ਸਿੰਘ ਲਿਖਦੇ ਆ, ਜਦੋਂ ਇੱਕ ਤੋਪਚੀ ਦੁਆਰਾ ਛੱਡਿਆ ਹੋਇਆ ਗੋਲਾ ਉਹ ਵਿਅਰਥ ਜਾਂਦਾ ਹੈ ਤੇ ਦੂਜਾ ਨਾਲ ਦਾ ਤੋਪਚੀ ਉਹਦੀ ਐਨ ਰੱਜ ਕੇ ਨਿੰਦਿਆ ਕਰਦਾ, ਲਿਆ ਤੈਨੂੰ ਮੈਂ ਗੋਲਾ ਚਲਾ ਕੇ ਵਿਖਾਵਾਂ। ਜੇਤਿਕ ਵਿਦਿਆ ਕਰ ਪਛਹਾਰੇ, ਗਇਓ ਨ ਸਤਿਗੁਰ ਧੋਰੈ। ਇਸ ਤਰ੍ਹਾਂ ਜੇਤਕ ਜਿੰਨੀ ਕੋ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਸੀ, ਉਹ ਸਾਰੀ ਆਪਣੀ ਲਗਾ ਕੇ ਪਚ ਨਾਮ ਥੱਕ ਗਏ ਆ, ਹਾਰ ਗਏ ਆ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੈ। ਤਜੀ ਸੈਂਕਰੇ ਮੋਹਰ ਮੂਹ ਸਭ, ਪਾਏ ਬਰੂਦਰ ਗੋਰਾ। ਇਸ ਤਰ੍ਹਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਹੂਰ ਮੂੰਹ ਦਾ ਅਰਥ ਹੈ ਵਾਰ-ਵਾਰ ਇਹ ਪ੍ਰਕਿਰਿਆ ਕੀਤੀ ਗਈ, ਵਾਰ-ਵਾਰ ਗੋਲੇ ਦਾਗੇ ਗਏ ਤੋਪਾਂ ਦੇ ਵਿੱਚੋਂ, ਪਰ ਇਹਨਾਂ ਦਾ ਇੱਕ ਵੀ ਗੋਲਾ ਗੁਰੂ ਕੇ ਸਿੰਘਾਂ ਦਾ ਨਿਤਨੇਮ ਕਰਦਿਆਂ ਦਾ, ਸੋਦਰ ਦਾ ਪਾਠ ਕਰਦਿਆਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਧੂਮ ਧਾਰ ਤੇ ਅੰਧ ਚਲਾਵਤ, ਤਬ ਸੰਧਿਆ ਹੋਏ ਆਈ। ਧੂਮ ਧਾਰ ਤੇ ਅੰਧ ਧੁੰਦ ਭਾ ਅਦਕ ਮਚਿਓ ਤਬ ਸ਼ੋਰਾ। ਗੋਲੇ ਚੱਲਣ ਦੇ ਨਾਲ ਸਾਰੇ ਪਾਸੇ ਅੰਧ ਧੁੰਦ ਛਾ ਗਿਆ ਹੈ, ਬਹੁਤ ਜ਼ਿਆਦਾ ਸ਼ੋਰ ਆਵਾਜ਼ ਪਹਾੜਾਂ ਦੇ ਵਿੱਚੋਂ ਦੀ ਗੂੰਜਦੀ ਹੈ। ਜਿਸ ਵਕਤ ਤੋਪ ਦੇ ਵਿੱਚੋਂ ਗੋਲਾ ਚੱਲਦਾ ਹੈ ਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਵਾਜ਼ ਹੁੰਦੀ ਹੈ, ਧਰਤੀ ਵੀ ਇੱਕ ਵਾਰ ਕੰਬ ਉੱਠਦੀ ਹੈ ਉਸ ਸਮੇਂ। ਜਤਨ ਕਰਤ ਅਰ ਤੋਪ ਚਲਾਵਤ, ਤਬ ਸੰਧਿਆ ਹੋਏ ਆਈ। ਇਸ ਤਰ੍ਹਾਂ ਬੜੇ ਯਤਨ ਕੀਤੇ ਵਜ਼ੀਰ ਖਾਨ ਨੇ, ਇਹਦੇ ਤੋਪਚੀਆਂ ਨੇ। ਯਤਨ ਕਰਦਿਆਂ ਨੂੰ ਹਨੇਰਾ ਹੋ ਗਿਆ, ਸੰਧਿਆ ਦਾ ਸਮਾਂ ਪੈ ਗਿਆ, ਤਰਕਾਲਾਂ ਪੈ ਗਈਆਂ ਨੇ। ਬਹੁ ਬਿਸਮਾਏ ਰਹੇ ਪਛਤਾਵਤ, ਵੱਡੀ ਘਾਤ ਅਬ ਪਾਈ। ਤਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਹੈਰਾਨ ਹੁੰਦੇ ਆ ਤੇ ਬੜਾ ਪਛਤਾਤਾਪ ਕਰਦੇ ਆ। ਜਿਹੜਾ ਆਪਾਂ ਨੂੰ ਵਧੀਆ ਮੌਕਾ ਪ੍ਰਾਪਤ ਹੋਇਆ ਸੀ, ਗੁਰੂ ਕੇ ਸਿੰਘ ਹਥਿਆਰ ਸੁੱਟ ਕੇ ਰੱਬ ਕਰਦੇ ਪਏ ਆ, ਪਰਮਾਤਮਾ ਦੀ ਯਾਦ ਵਿੱਚ ਜੁੜ ਬੈਠੇ ਆ, ਉਹ ਸੋਦਰ ਦਾ ਪਾਠ ਕਰਦੇ ਪਏ ਆ, ਆਪਾਂ ਨੇ ਹੱਥਿਆਂ ਤੇ ਵਾਰ ਕਰਨਾ, ਬੜਾ ਵਧੀਆ ਮੌਕਾ ਸਾਨੂੰ ਖੁਦਾ ਨੇ ਬਖਸ਼ਿਆ ਸੀ। ਇੱਦਾਂ ਮੁਗਲ ਅਤੇ ਹਿੰਦੂ ਇੱਕ ਦੂਜੇ ਨੂੰ ਕਹਿੰਦੇ ਆ ਪਹਾੜੀ ਰਾਜੇ, ਪਰ ਸਾਡੀ ਕੋਈ ਵਾਹ ਪੇਸ਼ ਨਹੀਂ ਗਈ, ਅਸੀਂ ਉਹਨਾਂ ਸਿੰਘਾਂ ਦਾ ਕੁਝ ਨਹੀਂ ਵਿਗਾੜ ਸਕੇ। ਲਗਤ ਜਗੋਰੇ ਗੁਰ ਸਮੇਤ ਅਬ, ਹੋਤ ਸੰਘਾਰਨ ਸਾਰੇ। ਜੇ ਕਰਕੇ ਇੱਕ ਵੀ ਗੋਲਾ ਉੱਥੇ ਟਿਕਾਣੇ ਤੇ ਜਾ ਕੇ ਡਿੱਗ ਜਾਂਦਾ ਤੇ ਸਿੰਘਾਂ ਦੇ ਸਮੇਤ, ਸਿੰਘਾਂ ਦਾ ਗੁਰੂ ਜਿਹੜਾ ਉਹਨੂੰ ਵੀ ਅਸੀਂ ਖਤਮ ਕਰ ਦੇਣਾ ਸੀ। ਇੱਦਾਂ ਮਨ ਕੀ ਮਨ ਹੀ ਮਾਹੇ ਰਹੀ, ਵਿਚਾਰਾਂ ਤੇ ਬੜੀਆਂ ਕੀਤੀਆਂ ਉਹਨਾਂ ਨੇ, ਸੋਚਿਆ ਬਹੁਤ ਕੁਝ ਸੀ, ਪਰ ਜੋ ਸੋਚਿਆ ਉਹ ਸਾਰਾ ਮਨ ਦੇ ਵਿੱਚ ਹੀ ਰਹਿ ਗਿਆ। ਫਤਿਹ ਮੁਹਿਮ ਲੇਤ ਕਰ ਸਗਰੀ, ਕਾਰਜ ਹੋਤ ਸੁਧਾਰੇ। ਇਸ ਤਰੀਕੇ ਨਾਲ ਫਤਿਹ ਮੁਹਿਮ ਲੇਤ ਕਰ ਸਗਰੀ ਕਹਿੰਦੇ, ਜੇ ਗੋਲਾ ਇੱਕ ਵੀ ਟਿਕਾਣੇ ਤੇ ਡਿੱਗ ਜਾਂਦਾ, ਸਾਡੀ ਮੁਹਿੰਮ ਦੀ, ਸਾਡੀ ਫੌਜ ਦੀ ਫਤਿਹ ਪ੍ਰਾਪਤ ਹੋ ਜਾਣੀ ਸੀ, ਜਿੱਤ ਪ੍ਰਾਪਤ ਹੋ ਜਾਣੀ ਸੀ। ਸਾਡੇ ਸਾਰੇ ਕਾਰਜ ਜਿਹੜੇ ਸਨ ਇਹ ਸੁਧਾਰੇ ਸਫਲ ਹੋ ਜਾਣੇ ਸਨ। ਤਮ ਪਸਰਿਓ ਪ੍ਰਕਾਸ਼ ਹਾਨ
ਭਾ ਹਟ ਡੇਰੇ ਕੋ ਚਾਲੇ। ਹਨੇਰਾ ਸਾਰੇ ਪਾਸੇ ਫੈਲ ਗਿਆ, ਰਾਤ ਪੈ ਗਈ ਹੈ। ਜਿਹੜਾ ਪ੍ਰਕਾਸ਼ ਹੈ, ਚਾਨਣ ਹੈ, ਉਹ ਖਤਮ ਹੋ ਚੁੱਕਿਆ ਦਿਨ ਦੇ ਢਲਣ ਨਾਲ, ਸੂਰਜ ਦੇ ਢਲਣ ਨਾਲ। ਹਟ ਡੇਰੇ ਕੋ ਚਾਲੇ। ਇਦਾਂ ਇਹ ਜਿਹੜੇ ਮੁਗਲ ਅਤੇ ਪਹਾੜੀਏ ਸਨ, ਇਹ ਨਿਰਾਸ਼ ਹੋ ਕੇ, ਉਦਾਸ ਹੋ ਕੇ ਵਾਪਸ ਪਿਛਾਂ ਨੂੰ ਤੁਰ ਪਏ ਹਨ। ਭੀਮ ਚੰਦ ਸੋ ਬੂਝਿਓ ਸੂਬੇ ਅਚਰਜ ਭਿਖਿਓ ਵਿਸਾਲੇ। ਉਸ ਸਮੇਂ ਭੀਮ ਚੰਦ ਦੇ ਤਾਈ ਇਹ ਜਿਹੜਾ ਵਜ਼ੀਰ ਖਾਂ ਹੈ, ਇਹ ਪੁੱਛਦਾ ਵਿਆ ਵੀ ਅੱਜ ਬੜੀ ਅਚਰਜਤਾ ਫੈਲੀ ਆ, ਬੜਾ ਹੈਰਾਨੀਜਨਕ ਕੌਤਕ ਅੱਜ ਅੱਖਾਂ ਦੇ ਨਾਲ ਵੇਖਿਆ ਹੈ। ਇਹ ਕਿਆ ਭਇਓ ਨਾ ਜਾਣਿਓ ਜਾਈ ਗੋਰੇ ਪੁੰਜ ਚਲਾਏ। ਤਾਂ ਇਸ ਤਰ੍ਹਾਂ ਵਜ਼ੀਰ ਖਾਂ ਭੀਮ ਚੰਦ ਤੋਂ ਪੁੱਛਦਾ ਵੀ ਇਹ ਕੀ ਹੋ ਗਿਆ, ਕੁਝ ਜਾਣਿਆ ਨਹੀਂ ਜਾਂਦਾ। ਅਸੀਂ ਪੁੰਜ ਨਾਮ ਹੈ ਬਹੁਤ ਗੋਲੇ ਵੀ ਚਲਾਏ, ਪਰ ਸਮਝ ਨਹੀਂ ਆਈ ਵੀ ਇਹ ਗੋਲਾ ਸੰਗਤ ਕਰਦੇ ਸਿੰਘਾਂ ਉੱਪਰ ਡਿੱਗਾ ਕਿਉਂ ਨਹੀਂ ਜਾ ਕੇ, ਨਿਸ਼ਾਨਾ ਵੀ ਪੂਰਾ ਬੰਨਿਆ ਸੀ। ਤਾਂ ਇਦਾਂ ਵਜ਼ੀਰ ਖਾਂ ਬੜਾ ਹੈਰਾਨ ਹੈ ਕਿ ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ। ਕਿਸਨੇ ਪਤਾ ਦਿਓ ਕੁਛ ਨਾਹੀ ਸਤਿਗੁਰ ਨਹਿ ਨ ਉਠਾਏ। ਕਿਸੇ ਨੇ ਜਾ ਕੇ ਗੁਰੂ ਕੇ ਸਿੰਘਾਂ ਨੂੰ ਖਬਰ ਵੀ ਨਹੀਂ ਦਿੱਤੀ ਵੀ ਅਸੀਂ ਤੋਪਾਂ ਚਲਾਉਣ ਲੱਗੇ ਹਾਂ। ਉਹਨਾਂ ਨੂੰ ਤੇ ਇਸ ਗੱਲ ਦੀ ਖਬਰ ਵੀ ਨਹੀਂ ਵੀ ਅਸੀਂ ਤੋਪਾਂ ਬੀੜ ਕੇ ਬੈਠੇ ਹਾਂ, ਤੇ ਫਿਰ ਵੀ ਅਸੀਂ ਉਹਨਾਂ ਸਿੰਘਾਂ ਦਾ ਕੁਝ ਨਹੀਂ ਵਿਗਾੜ ਸਕੇ। ਇਹ ਹੋ ਕਿੱਦਾਂ ਗਿਆ? ਉੱਚੇ ਥਲ ਕਰ ਲਗਿਓ ਨਾ ਗੁਆ ਟਿੱਬਾ ਕਿਦੋਂ ਘੁਟਾਲਾ। ਵਜ਼ੀਰ ਖਾਂ ਕਹਿਣ ਲੱਗਾ, ਜਾਂ ਤੇ ਇੰਜ ਹੋ ਸਕਦਾ ਹੈ ਵੀ ਕਲਗੀਧਰ ਪਾਤਸ਼ਾਹ ਨੇ ਆਪਦਾ ਡੇਰਾ ਉੱਚੀ ਥਾਂ ਦੇ ਉੱਪਰ ਕੀਤਾ ਹੈ। ਮਹਾਰਾਜ ਇੱਕ ਟਿੱਬੀ ਦੇ ਉੱਪਰ ਬੈਠੇ ਹੋਏ ਹੈ, ਵੇਖ ਰਹੇ ਆ ਸਾਰਾ ਇਹ ਮੈਦਾਨੇ ਜੰਗ ਦਾ ਹਾਲ। ਤਾਂ ਇੱਕ ਕਲਪਨਾ ਹੀ ਹਾਰੇ ਹੋਏ ਦੇ ਕੋਲ ਇੱਕ ਬਹਾਨਾ ਹੀ ਹੁੰਦਾ ਹੈ। ਵਜ਼ੀਰ ਖਾਂ ਕਹਿੰਦਾ ਵੀ ਇੰਜ ਜਾਪਦਾ ਮਹਾਰਾਜ ਉੱਚੀ ਟਿੱਬੀ ਤੇ ਸਨ, ਤੇ ਉਹ ਟਿੱਬਾ ਬੜਾ ਘੁਟਾਲਾ ਜਿਹਾ ਬਣਿਆ ਹੋਇਆ, ਕੋਈ ਢਲਾਣ ਕਿਸੇ ਪਾਸੇ ਹੈ, ਕੋਈ ਟਿੱਬੀ ਦੀ ਢਲਾਣ ਕਿਸੇ ਪਾਸੇ ਹੈ। ਇਸ ਕਰਕੇ ਲੱਗਦਾ ਆਪਣੀਆਂ ਤੋਪਾਂ ਦਾ ਗੋਲਾ ਤਾਂ ਉੱਥੇ ਸਹੀ ਤਰ੍ਹਾਂ ਜਾ ਕੇ ਨਹੀਂ ਲੱਗਾ। ਕਿਦੋਂ ਗਿਰਦ ਮੈਂ ਹੁਤੋਂ ਨਿਸ਼ਾਨਾ ਕਹਿ ਗੁਰ ਅਜਮਤ ਵਾਲਾ। ਕਿਦੋਂ ਜਾਂ ਫਿਰ ਗਿਰਦ ਬਹੁਤੀ ਹੋਣ ਕਰਕੇ, ਘੱਟਾ ਮਿੱਟੀ ਜ਼ਿਆਦਾ ਉੱਡਣ ਕਰਕੇ ਆਪਣਾ ਤੋਂ ਨਿਸ਼ਾਨਾ ਨਹੀਂ ਵੱਜਾ। ਤੇ ਆ ਤੀਜੀ ਜਿਹੜੀ ਉਹਨੇ ਕਲਪਨਾ ਕੀਤੀ, ਇਹ ਬਿਲਕੁਲ ਸਹੀ ਹੈ। ਵਜ਼ੀਰ ਖਾਂ ਮੈਨੂੰ ਇੰਜ ਜਾਪਦਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਅਜ਼ਮਤਵਾਨ ਹਨ, ਉਹਨਾਂ 'ਚ ਕੋਈ ਨਾ ਕੋਈ ਕਰਾਮਾਤ ਹੈ, ਉਹਨਾਂ ਦੇ ਵਿੱਚ ਕੋਈ ਨਾ ਕੋਈ ਬੰਦਗੀ ਹੈ। ਇਸ ਤਰ੍ਹਾਂ ਮੇਰੇ ਮਨ ਵਿੱਚ ਆ ਰਹੀ ਹੈ। ਗਏ ਊਚ ਕੇ ਨੀਚੇ ਲਾਗੇ ਤਾਨੇ ਹੋਏ। ਕਹਿੰਦਾ ਜਿੰਨੇ ਗੋਲੇ ਚਲਾਏ ਆਪਾਂ, ਉਹ ਨਿਸ਼ਾਨਾ ਤੇ ਸਾਰਿਆਂ ਦਾ ਸਹੀ ਸੀ, ਪਰ ਜਾਂ ਤੇ ਗੋਲੇ ਬਹੁਤੇ ਉੱਤੋਂ ਦੀ ਲੰਘ ਗਏ। ਜੇ ਨੀਵੀਆਂ ਕਰਕੇ ਤੋਪਾਂ ਚਲਾਈਆਂ ਪਹਾੜਾਂ ਦੀਆਂ ਜੜ੍ਹਾਂ ਵਿੱਚ ਲੱਗੇ, ਜੇ ਸਿੱਧੀਆਂ ਕਰਕੇ ਚਲਾਉਣੇ ਕੋਈ ਸੱਜੇ ਪਾਸੇ ਜਾ ਕੇ ਡਿੱਗਦਾ ਸੀ ਗੋਲਾ, ਕੋਈ ਸਤ ਸੰਗਤ ਕਰਦਿਆਂ ਦੇ ਖੱਬੇ ਪਾਸੇ ਜਾ ਕੇ ਡਿੱਗਦਾ ਸੀ। ਪਰ ਵਿਚਾਲੇ ਜਿੱਥੇ ਸੰਗਤ ਕਰਦੇ ਸੀ, ਸਿੰਘ ਪਾਠ ਕਰ ਰਹੇ ਸਨ, ਉੱਥੇ ਇੱਕ ਵੀ ਗੋਲਾ ਜਾ ਕੇ ਨਹੀਂ ਡਿੱਗਾ। ਇਹ ਕਿਸ ਤਰ੍ਹਾਂ ਹੋ ਗਿਆ? ਨਹੀਂ ਤਰਾਸ ਭੀ ਕਿਸਨੇ ਪਾਇਓ ਉਠਨ ਕਹਾਂ ਕਿਤ ਕੋਏ। ਇਸ ਕਰਕੇ ਉਹਨਾਂ ਨੇ ਤਾਂ ਕਿਸੇ ਪ੍ਰਕਾਰ ਦਾ ਕੋਈ ਡਰ ਵੀ ਨਹੀਂ ਮਨਾਇਆ। ਆਪਾਂ ਤੋਪਾਂ ਚਲਾਉਂਦੇ ਰਹੇ ਹਾਂ, ਪਰ ਉਹ ਤੇ ਡਰ ਕੇ ਸੰਗਤ ਕਰਦੇ ਇੱਧਰ ਉੱਧਰ ਵੀ ਨਹੀਂ ਹੋਏ। ਉਹ ਇਕਾਗਰ ਚਿੱਤ ਹੋ ਕੇ ਬੰਦਗੀ ਕਰਦੇ ਰਹੇ ਸਨ। ਰਾਜੇ ਭਨਿਓ ਚਲੇ ਗਨ ਗੋਰੇ ਮੈਂ ਭੀ ਅਚਰਜ ਮਾਨਾ। ਉਸ ਸਮੇਂ ਜਿਹੜਾ ਭੀਮ ਚੰਦ ਰਾਜਾ ਸੀ, ਉਹ ਕਹਿਣ ਲੱਗਾ ਵੀ ਮੈਂ ਵੀ ਬੜੇ ਗੋਲੇ ਆਪਣੀਆਂ ਅੱਖਾਂ ਦੇ ਨਾਲ ਚੱਲਦੇ ਵੇਖੇ ਆ। ਆਪਾਂ ਤੇ ਕਮੀ ਵਾਹ ਪੇਸ਼ ਕੋਈ ਨਹੀਂ ਜਾਣ ਦਿੱਤੀ, ਪਰ ਗੋਲਾ ਲੱਗਾ ਨਹੀਂ। ਇਹ ਅਚਰਜਤਾ, ਇਹ ਹੈਰਾਨੀ, ਇਹ ਮੇਰੇ ਮਨ ਵਿੱਚ ਵੀ ਹੈ। ਇਦਾਂ ਭੀਮ ਚੰਦ ਇੱਕ ਦੂਜੇ ਨੂੰ ਧਰਵਾਸਾ ਹੀ ਦੇ ਰਹੇ। ਵਜ਼ੀਰ ਖਾਂ ਆਪਣੀ ਗੱਲ ਮੁਕਾ ਰਿਹਾ, ਆਪਣੀ ਕਲਪਨਾ ਕਰ ਰਿਹਾ, ਤੇ ਭੀਮ ਚੰਦ ਹੋਣਾ ਨੇ ਇਹਨਾਂ ਨੂੰ ਸੱਦਿਆ ਸੀ। ਇਸ ਕਰਕੇ ਇਹ ਉਹਨਾਂ ਨੂੰ ਧਰਵਾਸਾ ਦੇ ਰਿਹਾ ਵੀ ਤੁਹਾਡੇ ਵੱਲੋਂ ਤੇ ਕੋਈ ਕਮੀ ਨਹੀਂ ਸੀ, ਸਰਹੰਦ ਦੇ ਸੂਬੇ ਵਜ਼ੀਰ ਖਾਂ ਤੁਹਾਡੇ ਵੱਲੋਂ ਕੋਈ ਕਮੀ ਨਹੀਂ ਸੀ, ਪਰ ਲੱਗਦਾ ਹੈ ਇਹ ਗੁਰੂ ਦੇ ਵਿੱਚ ਕੋਈ ਨਾ ਕੋਈ ਅਜ਼ਮਤ ਹੈ। ਮੇਰੇ ਮਨ ਵਿੱਚ ਹੈਰਾਨੀ ਹੈ। ਜਾਏ ਨਾ ਜਾਨੀ ਕਿਆ ਕੁਛ ਹੋਇਓ ਕਿਆ ਮੈਂ ਕਰਾਂ ਬਖਾਨਾ। ਭੀਮ ਚੰਦ ਕਹਿੰਦਾ ਹੁਣ ਮੈਂ ਤੁਹਾਡੇ ਤਾਈਂ ਕੀ ਆਪਦੇ ਮੂੰਹੋਂ ਬੋਲ ਕੇ ਕਵਾਂ। ਜੋ ਕੁਝ ਆਪਾਂ ਅੱਖਾਂ ਨਾਲ ਵੇਖ ਕੇ ਆਏ ਆ, ਕੁਝ ਸਮਝ ਹੀ ਨਹੀਂ ਆ ਰਿਹਾ।
ਕੁਝ ਜਾਣਿਆ ਨਹੀਂ ਜਾਂਦਾ। ਪ੍ਰਥਮ ਲੜਾਈ ਵਹਿਰ ਨਿਕਾਰੇ, ਤਹ ਹਮ ਤੋਪ ਚਲਾਈ। ਜਿਹੜੀ ਆਪਾਂ ਇਸ ਤੋਂ ਪਹਿਲਾਂ ਜੰਗ ਲੜ ਚੁੱਕੇ ਹਾਂ, ਤੀਜੀ ਆਨੰਦਪੁਰ ਦੀ ਜੰਗ, ਉਸ ਜੰਗ ਦੇ ਵਿੱਚ ਵੀ ਆਪਾਂ ਇਸੇ ਤਰੀਕੇ ਨਾਲ ਤੋਪਾਂ ਚਲਾਉਣਾ ਕੀਤੀਆਂ ਸਨ। ਗੁਰ ਕੋ ਲਗੀ ਨਾ ਸਿੱਖ ਇੱਕ ਮਰਿਓ, ਦਿਓ ਪਤਾ ਢਿਗ ਜਾਈ। ਜਦੋਂ ਉਦੋਂ ਤੋਪ ਚਲਾਈ ਸੀ ਰਾਤ ਦੇ ਸਮੇਂ, ਉਦੋਂ ਵੀ ਕਲਗੀਧਰ ਪਾਤਸ਼ਾਹ ਦਾ ਨਿਸ਼ਾਨਾ ਬੰਨ੍ਹ ਕੇ ਤੋਪ ਚਲਾਈ ਸੀ, ਪਰ ਗੋਲਾ ਕਲਗੀਧਰ ਪਾਤਸ਼ਾਹ ਨੂੰ ਲੱਗਣ ਦੀ ਬਜਾਏ ਜਿਹੜਾ ਕਲਗੀਧਰ ਪਾਤਸ਼ਾਹ ਨੂੰ ਚੌਰ ਕਰਦਾ ਸਿੰਘ ਸੀ, ਉਹਦੇ ਜਾ ਕਰਕੇ ਲੱਗੀ ਸੀ। ਇੱਦਾਂ ਸਾਨੂੰ ਖਬਰ ਵੀ ਪ੍ਰਾਪਤ ਹੋਈ ਸੀ ਕਿ ਉਹ ਗੋਲਾ ਚੌਰ ਦਰਬਾਰ ਨੂੰ ਜਾ ਕਰਕੇ ਲੱਗਾ, ਜੋ ਉਸੇ ਸਮੇਂ ਸ਼ਹੀਦ ਹੋ ਗਿਆ ਸੀ। ਹੁਤੋ ਤੋਪਚੀ ਵਿਦਿਆ ਨਿਪੁੰਨ, ਮਾਰਤ ਦੂਸਰ ਗੋਰਾ। ਜਿਹੜਾ ਆਪਣਾ ਤੋਪਚੀ ਸੀ ਨਾ ਪਹਿਲੀ ਜੰਗ 'ਚ, ਉਹ ਬੜਾ ਵਿਦਿਆ 'ਚ ਨਿਪੁੰਨ ਸੀ, ਗੋਲੇ ਚਲਾਉਣ ਵਿੱਚ ਮਾਹਰ ਸੀ। ਜਦੋਂ ਉਹ ਦੂਜੀ ਵਾਰ ਨਿਸ਼ਾਨਾ ਬੰਨ੍ਹ ਕੇ ਉਦੋਂ ਗੋਲਾ ਚਲਾਉਣ ਲੱਗਾ ਸੀ, ਪੇਖ ਸਿੱਖ ਮਰਿਓ ਸੰਧ ਸਰ, ਧਨ ਗੁਰ ਤਤਕਾਲ ਖਰ ਛੋਰਾ। ਤਾਂ ਭੀਮ ਚੰਦ ਰਾਜਾ ਵਜ਼ੀਰ ਖਾਨ ਨੂੰ ਕਹਿੰਦਾ ਕਿ ਆਪਣਾ ਤੋਪਚੀ ਜਦੋਂ ਦੂਜੀ ਵਾਰ ਗੋਲਾ ਚਲਾਉਣ ਲੱਗਾ ਸੀ ਨਾ ਚੌਰ ਦਰਬਾਰ ਨੂੰ ਮਾਰ ਕੇ, ਤਾਂ ਦੂਜਾ ਗੋਲਾ ਜੇ ਚਲਾਉਣ ਹੀ ਲੱਗਾ ਸੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸੇ ਸਮੇਂ ਵੀਰ ਰਸ ਦੇ ਵਿੱਚ ਆ ਕੇ ਕਿ ਸਾਡੇ ਚੌਰ ਦਰਬਾਰ ਨੂੰ ਸ਼ਹੀਦ ਕਰ ਦਿੱਤਾ। ਮਹਾਰਾਜ ਵੀਰ ਰਸ ਦੇ ਵਿੱਚ ਆ ਕੇ ਆਪਣਾ 9 ਟੰਕ ਦਾ ਧਨਖ ਜਿਹੜਾ ਸੀ ਹੱਥ ਵਿੱਚ ਧਾਰਨ ਕੀਤਾ ਸੀ, ਤੇ ਉਹਦੇ ਚਿੱਲੇ ਦੇ ਉੱਪਰ ਤਿੱਖਾ ਚੌੜਾ ਖਪਰਾ ਤੀਰ ਜੋੜ ਕੇ ਤੇ ਸਾਡੇ ਤੋਪਚੀ ਦਾ ਨਿਸ਼ਾਨਾ ਬੰਨ੍ਹ ਕੇ ਉਹ ਤੀਰ ਚਲਾ ਦੇਣਾ ਕੀਤਾ ਸੀ ਕਲਗੀਧਰ ਪਾਤਸ਼ਾਹ ਨੇ। ਕੋਸਿਕ ਹੁਤੋ ਪ੍ਰਮਾਨ ਬੀਚ ਕੋ, ਲਗਿਓ ਭਾਲ ਮਹਿ ਜਾਈ। ਤਾਂ ਉਸ ਸਮੇਂ ਭੀਮ ਚੰਦ ਰਾਜਾ ਕਹਿੰਦਾ ਜਿੱਥੋਂ ਕਲਗੀਧਰ ਪਾਤਸ਼ਾਹ ਮਹਾਰਾਜ ਬੈਠੇ ਸਨ ਨਾ, ਜਿੱਥੋਂ ਤੋਪ ਦਾ ਗੋਲਾ ਚਲਾਇਆ ਸੀ, 1 ਕੋਹ ਦਾ ਫਾਸਲਾ ਸੀ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਐਸਾ ਤੀਰ ਆਪਣੇ ਧਨਖ ਦੇ ਚਿੱਲੇ ਵਿੱਚੋਂ ਛੱਡਣਾ ਕੀਤਾ ਕਿ ਉਹ ਤੀਰ ਸਾਡੇ ਤੋਪਚੀ ਦੇ ਭਾਲ ਨਾਮ ਹੈ ਮੱਥੇ ਵਿੱਚ ਆ ਕਰਕੇ ਲੱਗਾ ਸੀ। ਏਡੇ ਤਕੜੇ ਜਰਨੈਲ ਸੀ ਕਲਗੀਧਰ ਪਾਤਸ਼ਾਹ ਮਹਾਰਾਜ। 1 ਕੋਹ ਦੇ ਉੱਪਰੋਂ ਵੀਰ ਰਸ ਦੇ ਵਿੱਚ ਆਸਣ ਲਾ ਕਰਕੇ ਕਲਗੀਧਰ ਪਾਤਸ਼ਾਹ ਨੇ ਤੀਰ ਚਲਾਇਆ ਤੇ ਤੋਪਚੀ ਦੇ ਮੱਥੇ ਵਿੱਚ ਆ ਕਰਕੇ ਲੱਗਾ ਸੀ, ਥਾਂ ਤੇ ਢੇਰੀ ਕਰ ਦਿੱਤਾ। ਮਰਿਓ ਸੋ ਇੱਕ ਸਰ ਔਰ ਚਲਾਇਓ, ਨਿਕਟ ਖਰੋ ਤਿਸ ਭਾਈ। ਜਿਹੜਾ ਤੋਪਚੀ ਨੇ ਗੋਲਾ ਚਲਾਇਆ ਸੀ, ਉਹਨੂੰ ਮਾਰਨ ਤੋਂ ਬਾਅਦ ਦੂਜਾ ਤੀਰ ਨਾਲ ਦੀ ਨਾਲ ਕਲਗੀਧਰ ਪਾਤਸ਼ਾਹ ਨੇ ਧਨਖ ਦੇ ਚਿੱਲੇ ਉੱਪਰ ਜੋੜਿਆ ਸੀ ਉਦੋਂ, ਤੇ ਦੁਬਾਰਾ ਫਿਰ ਚਲਾਇਆ, ਤੇ ਜਿਹੜਾ ਤੋਪਚੀ ਦਾ ਭਰਾ ਉਹਦੇ ਲਾਗੇ ਹੀ ਖਲੋਤਾ ਸੀ, ਉਹਨੂੰ ਵੀ ਤੀਰ ਮਾਰ ਕੇ ਮਾਰ ਦਿੱਤਾ ਸੀ ਕਲਗੀਧਰ ਪਾਤਸ਼ਾਹ ਨੇ। ਅਸੀਂ ਗੋਲਾ ਚਲਾ ਕੇ ਇੱਕ ਸਿੰਘ ਸ਼ਹੀਦ ਕੀਤਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦੋਨੋਂ ਹੀ ਭਰਾ ਥਾਂ ਤੇ ਢੇਰੀ ਕਰ ਦਿੱਤੇ ਸਨ। ਤਿਸ ਕੇ ਲਗਿਓ ਮਰਿਓ ਸੋ ਤਤ ਛਿਨ, ਤੁਪਚੀ ਰਹਿਓ ਨਾ ਕੋਈ। ਇਸ ਤਰ੍ਹਾਂ ਤੋਪਚੀ ਤੇ ਤੋਪਜੀ ਦਾ ਭਰਾ ਦੋਨੋਂ ਹੀ ਤੀਰ ਲੱਗਣ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੱਥੋਂ ਮੈਦਾਨੇ ਜੰਗ ਦੇ ਵਿੱਚ ਮਾਰੇ ਗਏ ਸਨ। ਨਹੀਂ ਤੇ ਖਤਮ ਤੇ ਅਸੀਂ ਉਦੋਂ ਵੀ ਕਰ ਦੇਣਾ ਸੀ, ਪਰ ਜਦੋਂ ਦੋਨੋਂ ਹੀ ਕਲਗੀਧਰ ਪਾਤਸ਼ਾਹ ਨੇ ਮਾਰਤੇ, ਕਹਿੰਦੇ ਸਾਡੇ ਕੋਲ ਤੋਪਚੀ ਕੋਈ ਨਹੀਂ ਬਚਿਆ ਜਿਹੜਾ ਦੁਬਾਰਾ ਗੋਲਾ ਦਾਗਣ ਦੀ ਸਮਰੱਥਾ ਰੱਖਦਾ ਹੋਵੇ। ਮਹਾਰਾਜ ਨੇ ਦੋਨੋਂ ਹੀ ਤੋਪਚੀ ਥਾਂ ਤੇ ਢੇਰੀ ਕਰ ਦਿੱਤੇ ਸਨ। ਤੀਜੀ ਜੰਗ ਵਿੱਚ ਯੋ ਇੱਕ ਬਾਰ ਭਈ ਬਿਦ ਮਾਰਨ, ਕੀਨ ਸੁਨਾਵਨ ਸੋਈ। ਇਦਾਂ ਭੀਮ ਚੰਦ ਵਜ਼ੀਰ ਖਾਨ ਦਾ ਮਨ ਪਰਚਾਉਣ ਵਾਸਤੇ ਉਹਨੂੰ ਦੱਸਦਾ ਹੈ, ਕਹਿੰਦਾ ਸਾਡੇ ਨਾਲ ਇੱਕ ਵਾਰ ਇਦਾਂ ਹੋਈ ਸੀ, ਜਿਹੜੀ ਤੈਨੂੰ ਗੱਲ ਮੈਂ ਦੱਸ ਦਿੱਤੀ ਹੈ ਨਾ ਵੀ ਇਦਾਂ 2 ਤੋਪਚੀ ਸਾਡੇ ਮਾਰੇ। ਇਦਾਂ ਇਹ ਅਸੀਂ ਵੀ ਪਹਿਲਾਂ ਤੋਪਾਂ ਬੀੜਨਾ ਕੀਤੀਆਂ ਸੀ, ਪਰ ਉਦੋਂ ਵੀ ਸਾਡੇ ਪੱਲੇ ਕੁਝ ਨਹੀਂ ਸੀ ਪਿਆ, ਨਿਸਫਲ ਹੋ ਗਏ ਸਨ ਸਾਡੇ ਵਾਰ। ਤਿਸ ਤੁਪਚੀ ਨੇ ਪਤਾ ਦਿਓ ਢਿਗ, ਖਰੋ ਅਗਰ ਸਿੱਖ ਮਾਰਾ। ਉਸ ਤੋਪਚੀ ਨੇ ਸਾਨੂੰ ਇਹ ਗੱਲ ਤੇ ਦੱਸ ਦਿੱਤੀ ਸੀ ਵੀ ਕਲਗੀਧਰ ਪਾਤਸ਼ਾਹ ਨੂੰ ਤਾਂ ਨਹੀਂ ਮੈਂ ਮਾਰ ਸਕਿਆ, ਪਰ ਜਿਹੜਾ ਚੌਰ ਦਰਬਾਰ ਸੀ ਉਹਨੂੰ ਮੈਂ ਸ਼ਹੀਦ ਕਰ ਦਿੱਤਾ। ਇਹ ਗੱਲ ਉਹ ਮਰਦਾ ਸਾਡੇ ਕੰਨੀ ਪਾ ਗਿਆ ਸੀ। ਤੁਮਰੋ ਗੋਰਾ ਨਿਕਟ ਨ ਪਹੁੰਚਿਓ, ਟਿੱਬਾ ਹੁਤੋ ਕੁਢਾਰਾ। ਤੇ ਭੀਮ ਚੰਦ ਨੇ ਨਾਲ ਹੀ ਫਿਰ ਬੇਇੱਜ਼ਤੀ ਵੀ ਕਰ ਦਿੱਤੀ ਥੋੜੀ ਜੀ ਵਜ਼ੀਰ ਖਾਨ ਦੀ। ਕਹਿਣ ਲੱਗਾ ਚਲੋ ਅਸੀਂ ਤੀਜੀ ਜੰਗ ਦੇ ਵਿੱਚ ਜਿਹੜਾ ਗੋਲਾ ਚਲਾਇਆ ਸੀ ਉਹਦੇ ਨਾਲ ਕੁਝ ਤੇ ਕਾਰਜ ਸੌਰਿਆ ਨਾ,
ਕਲਗੀਧਰ ਪਾਤਸ਼ਾਹ ਦਾ ਨਿਸ਼ਾਨਾ ਬੰਨਿਆ ਸੀ। ਜੇ ਮਹਾਰਾਜ ਨੂੰ ਖਤਮ ਨਹੀਂ ਕਰ ਸਕੇ ਤੇ ਚੌਰ ਦਰਬਾਰ ਤੇ ਸ਼ਹੀਦ ਕਰਤਾ ਸੀ। ਪਰ ਤੁਹਾਡੇ ਗੋਲਿਆਂ ਨੇ ਸਿੰਘਾਂ ਦੇ ਨੁਕਸਾਨ ਤੇ ਕੀ ਕਰਨਾ ਸੀ? ਇਹ ਤੇ ਲਾਗੇ ਤਾਗੇ ਵੀ ਨਹੀਂ ਡਿੱਗੇ, ਕੋਈ ਉਤਾਂ ਦੀ ਲੰਘ ਗਿਆ, ਕੋਈ ਬਹੁਤਾ ਪਹਾੜਾਂ ਦੇ ਵਿੱਚ ਹੀ ਜਾ ਕੇ ਗੋਲਾ ਵੱਜਾ, ਕੋਈ ਸੱਜੇ ਡਿੱਗ ਗਿਆ, ਕੋਈ ਖੱਬੇ ਡਿੱਗ ਗਿਆ। ਤੁਹਾਡਾ ਗੋਲਾ ਤੇ ਕੁਝ ਵੀ ਨਹੀਂ ਸਿੰਘਾਂ ਦਾ ਵਿਗਾੜ ਸਕਿਆ ਤੇ ਲਾਗੇ ਵੀ ਨਹੀਂ ਜਾ ਕੇ ਡਿੱਗਾ। ਇਸ ਗੋਲੇ ਨੇ ਤੇ ਘੱਟਾ ਵੀ ਸਿੰਘਾਂ ਦੇ ਉੱਪਰ ਨਹੀਂ ਪਾਇਆ। ਇਸ ਤਰ੍ਹਾਂ ਭੀਮ ਚੰਦ ਰਾਜੇ ਨੇ ਸੁਣਾ ਦਿੱਤੀ। ਕਿਆ ਭਇਓ ਨਾ ਬੀਤ ਗਇਓ ਕੁਛ, ਕਈ ਵਾਰ ਇਮ ਹੋਵੇ। ਭੀਮ ਚੰਦ ਰਾਜਾ ਕਹਿੰਦਾ ਚਲੋ ਕੁਝ ਨਹੀਂ ਹੁੰਦਾ, ਕੀ ਹੋ ਗਿਆ? ਜੇ ਸਮਾਂ ਬੀਤ ਗਿਆ ਦੁਬਾਰਾ ਫਿਰ ਸਮਾਂ ਹੱਥ ਵਿੱਚ ਆਵੇਗਾ। ਕਈ ਵਾਰ ਇਸ ਤਰ੍ਹਾਂ ਜੰਗ ਕਰਦਿਆਂ ਕਰਦਿਆਂ ਅਕਸਰ ਹੋ ਜਾਂਦਾ ਹੈ, ਅਚਾਨਕ ਹੋ ਜਾਂਦਾ। ਕਈ ਵਾਰ ਜਿਹੜੇ ਆ ਉਹ ਸੂਰਮਿਆਂ ਦੇ ਖਾਲੀ ਚਲੇ ਜਾਂਦੇ ਆ। ਜੇ ਆਪਣੇ ਨਾਲ ਇਦਾਂ ਹੋ ਗਈ ਫਿਰ ਕੀ ਹੈ? ਇਦਾਂ ਭੀਮ ਚੰਦ ਰਾਜਾ ਉਸ ਸਰਹੰਦ ਦੇ ਸੂਬੇ ਵਜ਼ੀਰ ਖਾਂ ਦਾ ਮਨ ਬੰਨ੍ਹਦਾ ਪਿਆ ਹੈ। ਤੋਪ ਤੁਪਕ ਇਹ ਬੁਰੀ ਬਲਾਏ, ਸੋ ਲਗਤ ਪ੍ਰਾਨ ਕੋ ਖੋਵੇ। ਭੀਮ ਚੰਦ ਕਹਿੰਦਾ ਇਹ ਤੋਪਾਂ ਜਿਹੜੀਆਂ ਨੇ ਇਹ ਬੜੀਆਂ ਬਲਾਵਾਂ ਨੇ, ਇਹ ਬੜੇ ਤਕੜੇ ਹਥਿਆਰ ਹੈ ਤੇ ਜਦੋਂ ਇਹ ਲੱਗ ਜਾਂਦੇ ਆ ਟਿਕਾਣੇ ਉੱਪਰ ਜਾ ਕੇ, ਉਦੋਂ ਸਾਰਾ ਕੁਝ ਹੀ ਮਲੀਆ ਮੇਟ ਕਰ ਦਿੰਦੇ ਹਨ, ਤੈਸ਼ ਨੈਸ਼ ਕਰ ਦਿੰਦੇ ਆ, ਖਤਮ ਕਰ ਦਿੰਦੇ ਆ ਸਾਰਾ ਕੁਝ। ਜੇਰ ਦਸਤ ਕਹਿ ਮੈਂ ਇਮ ਜਾਨੀ, ਮੰਤਰ ਸਿੱਧ ਇਨ ਕੀਨਾ। ਤੇ ਇਧਰੋਂ ਨਾਲ ਜਿਹੜਾ ਸੁਣਦਾ ਪਿਆ ਸੀ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ, ਉਹ ਪਹਿਲਾਂ ਤੇ ਸਾਰਾ ਕੁਝ ਸੁਣਦਾ ਰਿਹਾ, ਫਿਰ ਉਹਨੇ ਸੁਣਨ ਤੋਂ ਬਾਅਦ ਆਪਣੇ ਮਨ ਦੀ ਵਿਚਾਰ ਉਹ ਅੱਗੇ ਰੱਖਣਾ ਕੀਤੀ। ਜ਼ਬਰਦਸਤ ਖਾਂ ਕਹਿਣ ਲੱਗਾ ਵੀ ਵੇਖਿਆ ਤੇ ਮੈਂ ਵੀ ਆਪਣੀਆਂ ਅੱਖਾਂ ਨਾਲ ਸਾਰਾ ਕੁਝ ਹੈ, ਪਰ ਮੈਂ ਤੇ ਇਹੋ ਗੱਲ ਹੀ ਤੁਹਾਨੂੰ ਕਹਾਂਗਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੋਈ ਨਾ ਕੋਈ ਮੰਤਰ ਸਿੱਧ ਕੀਤਾ ਹੋਇਆ, ਕੋਈ ਨਾ ਕੋਈ ਸਿੱਧੀ ਜ਼ਰੂਰ ਹੈ। ਇਹ ਲਾਹੌਰ ਦੇ ਸੂਬੇ ਜ਼ਬਰਦਸਤ ਖਾਨ ਨੇ ਆਖਿਆ ਹੈ। ਸਾਰ ਬੰਦ ਕਰ ਨਿਸ਼ਚਲ ਬੈਠਿਓ, ਕਛੂ ਤਰਾਸ ਨਹਿ ਚੀਨਾ। ਉਹ ਤੇ ਨੇਤਰ ਬੰਦ ਕਰਕੇ ਨਿਸ਼ਚਲ ਹੋ ਕੇ ਅਡੋਲ ਹੋ ਕਰਕੇ ਬੈਠੇ ਰਹੇ। ਉਹ ਤੇ ਸੋਦਰ ਦਾ ਜਾਪ ਕਰਦੇ ਰਹੇ। ਉਹਨਾਂ ਨੂੰ ਤੇ ਕਿਸੇ ਪ੍ਰਕਾਰ ਦਾ ਸਾਡੇ ਗੋਲੇ ਚਲਾਉਣ ਦਾ ਡਰ ਵੀ ਨਹੀਂ ਵਿਆਪਿਆ। ਉਹਨਾਂ ਨੇ ਤੇ ਮੱਥੇ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਵੀ ਨਹੀਂ ਝਲਕਦੀ ਸੀ। ਇਸ ਕਰਕੇ ਮੈਨੂੰ ਲੱਗਦਾ ਕੋਈ ਨਾ ਕੋਈ ਮੰਤਰ ਸਿੱਧ ਕੀਤਾ ਹੈ। ਨਤ ਗੋਰੇ ਮੈਂ ਬਹੁਤ ਚਲਾਏ, ਇਲਮ ਲਖੋਂ ਮੈਂ ਭਾਰੀ। ਨਹੀਂ ਤੇ ਜ਼ਬਰਦਸਤ ਖਾਂ ਕਹਿੰਦਾ ਹੈ ਮੈਂ ਤੋਪ ਚਲਾਉਣ ਦੀ ਬੜੀ ਤਕੜੀ ਇਲਮ ਨਾਮ ਹੈ ਵਿਦਿਆ ਦਾ, ਮੈਂ ਇਲਮ ਜਾਣਦਾ, ਮੈਂ ਵਿਦਿਆ ਜਾਣਦਾ ਹਾਂ, ਪਰ ਇਸ ਤਰ੍ਹਾਂ ਗੋਲੇ ਵੀ ਬਹੁਤ ਚਲਾਏ ਹੈ, ਪਰ ਸਾਰੇ ਗੋਲੇ ਵਿਅਰਥ ਚਲੇ ਜਾਣ ਇਹ ਨਹੀਂ ਹੋ ਸਕਦਾ। ਇੱਕ ਅੱਧਾ ਇੱਧਰ ਉੱਧਰ ਹੋ ਜਾਵੇ ਵੱਖਰੀ ਗੱਲ ਹੈ, ਪਰ ਸੈਂਕੜਿਆਂ ਦੀ ਗਿਣਤੀ 'ਚ ਗੋਲੇ ਚਲਾਏ ਤੇ ਲੱਗਾ ਇੱਕ ਨਹੀਂ ਜਾ ਕੇ। ਇੱਥੋਂ ਮੈਨੂੰ ਇੰਜ ਜਾਪਦਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੋਈ ਮੰਤਰ ਸਿੱਧ ਕੀਤਾ ਹੈ। ਹਤਿਓ ਨਾ ਕੋ ਸਮੀਪ ਨਹਿ ਪਹੁੰਚਿਓ, ਜਾਂ ਤੇ ਹਿਰਦੇ ਵਿਚਾਰੀ। ਮੈਂ ਤੇ ਤਾਂ ਇਹ ਮਨ 'ਚ ਵਿਚਾਰੀ ਹੈ ਵੀ ਨਾ ਅਸੀਂ ਕਿਸੇ ਨੂੰ ਮਾਰ ਸਕੇ ਹਾਂ ਗੋਲਾ ਚਲਾ ਕੇ, ਨਾ ਅਸੀਂ ਕਿਸੇ ਦੇ ਲਾਗੇ ਹੀ ਗੋਲਾ ਸੁੱਟ ਸਕੇ ਹਾਂ, ਤਾਂ ਮੇਰੇ ਮਨ 'ਚ ਵਿਚਾਰ ਆਈ ਹੈ। ਸੁਨਤ ਵਜੀਦ ਖਾਂ ਸਮਝਾਇਸ, ਮੰਤਰ ਨਾ ਸਿੱਧ ਕੁਛ ਜਾਨੋ। ਤੇ ਸੁਣ ਕੇ ਜ਼ਬਰਦਸਤ ਖਾਂ ਤੋਂ ਵਜ਼ੀਰ ਖਾਂ ਸਮਝਾਉਣ ਲੱਗਾ ਵੀ ਐਵੇਂ ਆਪਦੀਆਂ ਸਿਆਣਪਾਂ ਨਾ ਚਲਾ। ਵਜ਼ੀਰ ਖਾਂ ਕਹਿੰਦਾ ਕਲਗੀਧਰ ਪਾਤਸ਼ਾਹ ਕੋਲ ਕੋਈ ਮੰਤਰ ਨਹੀਂ ਹੈ, ਉਹਨਾਂ ਨੇ ਕੁਝ ਸਿੱਧ ਨਹੀਂ ਕੀਤਾ। ਪ੍ਰਥਮ ਜੁਧ ਮਹਿ ਅਧਿਕ ਵਿਰੁੱਧਿਓ, ਕਰੇ ਵੀਰ ਗਨ ਹਾਨੋ। ਵਜ਼ੀਰ ਖਾਂ ਕਹਿੰਦਾ ਇਸ ਤੋਂ ਪਹਿਲਾਂ ਜਿਹੜਾ ਤੀਜਾ ਜੰਗ ਸੀ ਆਨੰਦਪੁਰ ਦਾ, ਉਸ ਜੰਗ ਦੇ ਵਿੱਚ ਜਦੋਂ ਆਪਾਂ ਇੱਕ ਦੂਜੇ ਦੇ ਵਿਰੁੱਧ ਹੋ ਕੇ ਜੰਗ ਕੀਤਾ ਸੀ, ਉਦੋਂ ਵੀ ਤਾਂ ਕਲਗੀਧਰ ਪਾਤਸ਼ਾਹ ਸਨ, ਉਦੋਂ ਅਸੀਂ ਉਹਨਾਂ ਦੇ ਸੈਂਕੜੇ ਸੂਰਮੇ ਸ਼ਹੀਦ ਕੀਤੇ ਆ ਮੈਦਾਨੇ ਜੰਗ 'ਚ। ਇਸ ਕਰਕੇ ਉਦੋਂ ਉਹਨਾਂ ਦਾ ਮੰਤਰ ਕਿੱਥੇ ਸੀ? ਇਹ ਵਜ਼ੀਰ ਖਾਂ ਨੇ ਅੱਗੋਂ ਆਖ ਸੁਣਾਇਆ। ਸਾਹਿਬ ਚੰਦ ਝੂਠ ਪਤ ਗੁਰ ਕੋ, ਮਾਰਿਓ ਬੀਚ ਲੜਾਈ। ਤਾਂ ਵਜ਼ੀਰ ਖਾਂ ਕਹਿੰਦੇ ਕਲਗੀਧਰ ਪਾਤਸ਼ਾਹ ਦੇ ਕਹਿੰਦੇ ਕਹਾਉਂਦੇ ਜਰਨੈਲ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਭਾਈ ਸਾਹਿਬ ਚੰਦ, ਇੱਕ ਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਹੋਏ ਆ ਨਾ ਭਾਈ ਸਾਹਿਬ ਸਿੰਘ ਜੀ। ਇਹ ਭਾਈ ਸਾਹਿਬ ਚੰਦ ਜੀ ਸਨ ਬੀਬੀ ਵੀਰੋ ਜੀ ਦੇ 5 ਸਪੁੱਤਰ ਸੀ ਨਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੀ ਭੂਆ ਦੇ ਪੁੱਤ 5 ਭਰਾ,
ਜਿਹੜੇ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਜੰਗ ਲੜਦੇ ਲੜਦੇ ਕੋਈ ਕਿਸੇ ਜੰਗ 'ਚ ਕੋਈ ਕਿਸੇ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ ਸੀ। ਭਾਈ ਸੰਗੋ ਸ਼ਾਹ ਜੀ, ਭਾਈ ਮਾਹਰੀ ਚੰਦ ਜੀ, ਭਾਈ ਸਾਹਿਬ ਚੰਦ ਜੀ, ਇਸ ਤਰ੍ਹਾਂ ਇਹ 5 ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੀ ਭੂਆ ਦੇ ਪੁੱਤ ਸਨ। ਤੇ ਇਹ ਜਿਹੜਾ ਭਾਈ ਸਾਹਿਬ ਚੰਦ ਹੈ, ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੀ ਭੂਆ ਦਾ ਸਪੁੱਤਰ ਹੈ, ਬੀਬੀ ਵੀਰੋ ਜੀ ਦਾ। ਤੇ ਵਜ਼ੀਰ ਖਾਂ ਕਹਿੰਦਾ ਭਾਈ ਸਾਹਿਬ ਚੰਦ ਬੜਾ ਤਕੜਾ ਕਲਗੀਧਰ ਪਾਤਸ਼ਾਹ ਦਾ ਜਰਨੈਲ ਸੀ। ਉਹਨੂੰ ਅਸੀਂ ਲੜਾਈ ਕਰਦਿਆਂ ਤੀਜੀ ਆਨੰਦਪੁਰ ਦੀ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪਿਲਾਉਣਾ ਕੀਤਾ ਸੀ, ਮੌਤ ਦੇ ਘਾਟ ਉਤਾਰਨਾ ਕੀਤਾ ਸੀ। ਨੀਠ ਨੀਠ ਕਰ ਲੋਥ ਉਠਾਈ, ਜੋਰ ਲਾਏ ਸਮੁਦਾਈ। ਵਜ਼ੀਰ ਖਾਂ ਕਹਿੰਦਾ ਉਸ ਸਮੇਂ ਅਸੀਂ ਬੜਾ ਜ਼ੋਰ ਬਲ ਲਾ ਕੇ ਮੈਦਾਨੇ ਜੰਗ ਦੇ ਅੰਦਰ ਜੂਝੇ ਸਾਂ ਤੇ ਬੜੀਆਂ ਨੀਠ ਨੀਠ ਮਸਾਂ ਹੀ ਉੱਥੋਂ ਲਾਸ਼ਾਂ ਚੁੱਕੀਆਂ ਸਨ। ਇੰਨੇ ਜ਼ਿਆਦਾ ਸੂਰਮੇ ਮੌਤ ਦੇ ਘਾਟ ਉਤਾਰ ਦਿੱਤੇ ਸਨ। ਇਮ ਬਾਤਨ ਕੋ ਕਰਤ ਪਹੁੰਚੇ, ਨਿਜ ਡੇਰੇ ਬਿਸਰਾਮੇ। ਇਸ ਤਰ੍ਹਾਂ ਬਾਤਾਂ ਕਰਦੇ ਗੱਲਾਂ ਕਰਦੇ ਕਰਦੇ ਵਜ਼ੀਰ ਖਾਂ, ਜ਼ਬਰਦਸਤ ਖਾਂ, ਭੀਮ ਚੰਦ ਰਾਜਾ ਗੱਲਾਂ ਕਰਦੇ ਕਰਦੇ ਆਪੋ ਆਪਣੇ ਵਿਸ਼ਰਾਮ ਕਰਨ ਵਾਲੇ ਡੇਰਿਆਂ ਦੇ ਵਿੱਚ ਪਹੁੰਚ ਗਏ ਹੈ, ਜਿੱਥੇ ਰਾਤ ਦੇ ਸਮੇਂ ਤੰਬੂ ਦੇ ਵਿੱਚ ਵਿਸ਼ਰਾਮ ਕਰਦੇ ਸਨ। ਖਾਨ ਪਾਨ ਕਰ ਸੋਵਤ ਨਿੰਦਰਾ, ਸਗਲੇ ਟਿਕੇ ਨਿਸਾ ਮੇ। ਰਾਤ ਦੇ ਸਮੇਂ ਰਾਤ ਦਾ ਭੋਜਨ ਕਰਕੇ, ਖਾਣਾ ਪੀਣਾ ਖਾ ਕਰਕੇ ਤੇ ਜਥਾ ਸੁਖ ਦੇ ਨਾਲ ਸੁੱਤੇ ਹਨ। ਇਤ ਸਤਿਗੁਰ ਸੋਦਰ ਪਠ ਸੰਧਿਆ, ਚੌਂਕੀ ਪੂਰਨ ਹੋਈ। ਇਧਰਲੇ ਪਾਸੇ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੀ ਵਾਰਤਾ ਕਥਨ ਕਰਦੇ ਹੈ। ਸੰਧਿਆ ਦੇ ਸਮੇਂ ਦੇ ਦੀਵਾਨ ਦੀ ਜਦੋਂ ਸਮਾਪਤੀ ਹੋਈ ਹੈ, ਸੋਦਰ ਦਾ ਪਾਠ ਸਿੰਘਾਂ ਨੇ ਕੀਤਾ। ਜੰਗ ਦੇ ਵਿੱਚ ਚੱਲਦਿਆਂ ਇਹਨਾਂ ਨੇਮ ਪਰਪੱਕ ਸੀ ਕਲਗੀਧਰ ਪਾਤਸ਼ਾਹ ਦਾ ਤੇ ਗੁਰੂ ਕੇ ਸਿੰਘਾਂ ਦਾ। ਉਪਰੰਤ ਅਰਦਾਸ ਬੇਨਤੀ ਕੀਤੀ ਹੈ। ਸੰਧਿਆ ਦੀ ਚੌਂਕੀ ਜਿਹੜੀ ਆ ਉਹ ਸਮਾਪਤ ਹੋ ਚੁੱਕੀ ਹੈ। ਖਰੋ ਗ੍ਰੰਥੀ ਕਰ ਅਰਦਾਸ ਹੈ, ਸਿਰ ਨਿਮਰੇ ਸਭ ਕੋਈ। ਗ੍ਰੰਥੀ ਸਿੰਘ ਨੇ ਖਲੋ ਕਰਕੇ ਸੋਦਰ ਦੀ ਅਰਦਾਸ ਬੇਨਤੀ ਕੀਤੀ। ਅਰਦਾਸ ਤੋਂ ਉਪਰੰਤ ਸਾਰਿਆਂ ਨੇ ਸਿਰ ਝੁਕਾ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਕੂਰ ਤਰਕ ਝਖ ਮਾਰ ਰਹੇ ਸਭ, ਕਛੂ ਨਾ ਬਸ ਬਲ ਚਾਲਾ। ਤਾਂ ਇਦਾਂ ਸਿੰਘ ਆਪਸ ਵਿੱਚ ਗੱਲਾਂ ਕਰਦੇ ਆ ਕਿ ਇਹ ਜਿਹੜੇ ਕੂਰ ਝੂਠੇ ਤੁਰਕ ਆ, ਇਹ ਆਪਸ ਵਿੱਚ ਹੀ ਝੱਖਾਂ ਮਾਰੀ ਜਾਂਦੇ ਆ। ਕੋਈ ਵੀ ਵਸ ਇਹਨਾਂ ਦਾ ਚੱਲਿਆ ਨਹੀਂ ਗੁਰੂ ਕੇ ਸਿੰਘਾਂ ਉੱਪਰ। ਫਤਿਹ ਗੁਰੂ ਕੀ ਸਭਨ ਬੁਲਾਈ, ਉੱਚੇ ਨਾਦ ਉਠਾਲਾ। ਇਸ ਤਰ੍ਹਾਂ ਬੜੀ ਉੱਚੀ ਆਵਾਜ਼ ਦੇ ਵਿੱਚ ਅਰਦਾਸ ਦੀ ਸਮਾਪਤੀ ਤੋਂ ਬਾਅਦ ਗੁਰੂ ਕੇ ਸਿੰਘਾਂ ਨੇ ਫਤਿਹ ਗਜਾਉਣਾ ਕੀਤੀ ਹੈ। ਹਰਖਤ ਭਏ ਅਸਤ ਰਵ ਹੋਇਓਗੇ, ਸਤਿਗੁਰ ਨਿਜ ਥਾਨਾ। ਹਰਖਤ ਭਏ ਅਸਤ ਰਵ ਹੋਇਓ। ਇਸ ਤਰ੍ਹਾਂ ਗੁਰੂ ਕੇ ਸਿੰਘ ਬੜੇ ਹਰਖਤ ਆਨੰਦ ਵਿੱਚ ਆਏ ਆ, ਪ੍ਰਸੰਨ ਹੁੰਦੇ ਆ। ਇੰਨੇ ਚਿਰ ਨੂੰ ਜਿਹੜਾ ਰਵ ਸੂਰਜ ਹੈ ਉਹ ਵੀ ਅਸਤ ਹੋ ਗਿਆ, ਭਾਵ ਡੁੱਬ ਗਿਆ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਵਿਸ਼ਰਾਮ ਕਰਨ ਵਾਲੇ ਅਸਥਾਨ ਤੇ ਪਹੁੰਚੇ ਹਨ। ਕਿਤਕ ਖਾਲਸਾ ਥਿਰਿਓ ਮੋਰਚੇ, ਵੈ ਕਰ ਬਹੁ ਸਾਵਧਾਨਾ। ਇਦਾਂ ਕਿੰਨਾ ਕੁਝ ਕੋ ਖਾਲਸਾ, ਕੁਝ ਕੋ ਗੁਰੂ ਕੇ ਸਿੰਘ ਸਾਵਧਾਨ ਹੋ ਕਰਕੇ ਉੱਥੇ ਪਹਿਰਾ ਦੇ ਰਹੇ ਨੇ। ਕਿਉਂਕਿ ਕੁਝ ਸਿੰਘ ਜਿਹੜੇ ਸਨ ਉਹ ਦਿਨ ਵੇਲੇ ਜੰਗ ਕਰਦੇ ਸੀ, ਕੁਝ ਰਾਤ ਦੇ ਸਮੇਂ ਪਹਿਰਾ ਦਿੰਦੇ ਸਨ ਕਿ ਇਹਨਾਂ ਦਾ ਕੀ ਪ੍ਰਭਾਸ ਹੈ। ਜਿਹੜੇ ਖਬਰ ਦੱਸੇ ਤੋਂ ਬਿਨਾ ਤੋਪਾਂ ਦੇ ਗੋਲੇ ਦਾਗ ਸਕਦੇ, ਇਹਨਾਂ ਦਾ ਕੀ ਪ੍ਰਭਾਸਾ, ਅੱਧੀ ਰਾਤ ਨੂੰ ਕੀ ਚਾਲ ਖੇਡ ਜਾਣ। ਸੋ ਇਸ ਕਰਕੇ ਅੱਧੀ ਰਾਤ ਨੂੰ ਕੁਝ ਸਿੰਘ ਜਿਹੜੇ ਹੱਥਾਂ ਵਿੱਚ ਸ਼ਾਸਤਰ ਫੜ ਕੇ ਤੇ ਪਹਿਰਾ ਦੇਣ ਲੱਗ ਪਏ। ਖਾਨ ਪਾਨ ਕਰ ਪੌਡੇ ਸੁਪਤੇ, ਤਰਾਸ ਨਾ ਮਾਨਤ ਕੋਈ। ਰਾਤ ਦੇ ਸਮੇਂ ਸਾਰੇ ਸਿੰਘਾਂ ਨੇ ਭੋਜਨ ਪ੍ਰਸ਼ਾਦਾ ਛਕਿਆ ਤੇ ਨਿਸ਼ਚਿੰਤ ਹੋ ਕੇ ਬਿਨਾਂ ਕਿਸੇ ਤਰਾਸ ਤੋਂ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਚਿੰਤਾ ਤੋਂ ਗੁਰੂ ਕੇ ਸਿੰਘਾਂ ਨੇ ਆਰਾਮ ਕੀਤਾ ਦਿਨ ਭਰ ਜੰਗ ਲੜ ਕੇ। ਜਥਾ ਗੁਹਾ ਮਹਿ ਕੇ ਹਰ ਬਸੈ, ਗੱਜ ਸਮਾਨ ਰਿਪ ਜੋਈ। ਜਥਾ ਜਿਸ ਤਰੀਕੇ ਨਾਲ ਗੁਫਾ ਦੇ ਵਿੱਚ ਕੇਹਰ ਨਾਮ ਹੈ ਸ਼ੇਰ ਦਾ, ਜਿਸ ਤਰ੍ਹਾਂ ਗੁਫਾ ਦੇ ਵਿੱਚ ਸ਼ੇਰ ਵਸਦਾ ਹੋਵੇ ਤੇ ਗੱਜ ਸਮਾਨ ਰਿਪ ਜੋਈ। ਜਿਹੜੇ ਦੁਸ਼ਮਣ ਆ ਨਾ, ਜਿਹੜੇ ਬਾਹਰ ਆ ਕੇ ਡੇਰਾ ਲਾਈ ਬੈਠੇ ਆ, ਜਿਹੜੇ ਤੁਰਕ ਅਤੇ ਪਹਾੜੀ ਰਾਜੇ ਆ, ਅਣਗਿਣਤ ਫੌਜ ਚੜ੍ਹ ਕੇ ਲਿਆਏ ਆ। ਕਵੀ ਭਾਈ ਸੰਤੋਖ ਸਿੰਘ ਅਲੰਕਾਰ ਉਦਾਹਰਣ ਦਿੰਦੇ ਆ, ਕਹਿੰਦੇ ਗੁਰੂ ਕੇ ਸਿੰਘ ਇਦਾਂ ਜਿੱਦਾਂ ਗੁਫਾ ਵਿੱਚ ਸ਼ੇਰ ਬੈਠਾ ਹੋਵੇ,
ਤੇ ਇਧਰਲੇ ਪਾਸੇ ਤੰਬੂਆਂ ਦੇ ਵਿੱਚ ਜਿਹੜੇ ਬੈਠੇ ਐ ਤੁਰਕ ਅਤੇ ਪਹਾੜੀਏ, ਇਹ ਹਾਥੀਆਂ ਦੇ ਸਮਾਨ। ਤੇ ਜਿੱਦਾਂ ਗੁਫਾ ਦੇ ਵਿੱਚੋਂ ਹੀ ਸ਼ੇਰ ਦਹਾੜ ਮਾਰੇ ਤੇ ਹਾਥੀਆਂ ਦਾ ਝੁੰਡ ਉਹ ਲਾਗੇ ਠਹਿਰਦਾ ਨਹੀਂ, ਭਾਵੇਂ ਹਾਥੀ ਵੀ ਬੜਾ ਬਲਵਾਨ ਹੁੰਦਾ ਹੈ, ਪਰ ਜਿੱਥੇ ਸ਼ੇਰ ਦੀ ਦਹਾੜ ਹੋਵੇ ਉੱਥੇ ਸੈਂਕੜੇ ਹਾਥੀ ਜਿਹੜੇ ਉਹ ਵੀ ਅੱਗੇ ਲੱਗ ਕੇ ਭੱਜ ਉੱਠਦੇ ਐ, ਸ਼ੇਰ ਦਾ ਸਾਹਮਣਾ ਕਰਨ ਤੋਂ ਕਤਰਾਉਂਦੇ ਹਨ। ਦੋਨੋਂ ਦਿਸ਼ਾ ਨਿਸਾ ਮਹਿ ਟਿਕ ਗਏ, ਆਪ ਆਪਨੇ ਥਾਨਾ। ਇਦਾਂ ਦੋਨਾਂ ਹੀ ਦਿਸ਼ਾਵਾਂ ਦੇ ਸੂਰਮੇ ਤੀਜੇ ਦਿਨ ਦਾ ਜੰਗ ਸਮਾਪਤ ਕਰਕੇ ਆਪੋ ਆਪਣੇ ਡੇਰਿਆਂ ਦੇ ਵਿੱਚ ਵਿਸ਼ਰਾਮ ਕਰਨ ਵਾਸਤੇ ਆਰਾਮ ਕਰਦੇ ਆ, ਸੁੱਤੇ ਹਨ। ਘੇਰਾ ਪਾਏ ਪਰੇ ਚਹੁ ਦਿਸ਼ ਮਹਿ, ਡਰਤ ਨਾ ਰਣ ਕੋ ਠਾਨਾ। ਇਸ ਤਰ੍ਹਾਂ ਘੇਰਾ ਚਾਰਾਂ ਹੀ ਦਿਸ਼ਾਵਾਂ ਦੇ ਵਿੱਚੋਂ ਪਾਇਆ ਹੋਇਆ ਹੈ, ਪਰ ਅਜੇ ਵੀ ਇਹਨਾਂ ਪਹਾੜੀਆਂ ਤੇ ਤੁਰਕਾਂ ਨੂੰ ਇੰਨਾ ਜ਼ਿਆਦਾ ਡਰ ਗੁਰੂ ਕੇ ਸਿੰਘਾਂ ਦਾ ਹੈ। ਇਦਾਂ ਤੀਜੇ ਦਿਨ ਦਾ ਇਹ ਜੰਗ ਸਮਾਪਤ ਹੋਇਆ ਹੈ, ਭਾਵੇਂ ਕਿ ਪਹਾੜੀ ਰਾਜਿਆਂ ਨੇ ਤੇ ਉਹਨਾਂ ਤੁਰਕਾਂ ਨੇ, ਵਜ਼ੀਰ ਖਾਨ ਨੇ ਤੇ ਜ਼ਬਰਦਸਤ ਖਾਨ ਨੇ ਬਹੁਤ ਜ਼ੋਰ ਵੀ ਲਾ ਲਿਆ, ਤੋਪਾਂ ਦੇ ਗੋਲੇ ਵੀ ਚਲਾ ਲੈਣਾ ਕੀਤੇ, ਪਰ ਫਿਰ ਵੀ ਕੋਈ ਕਾਰਜ ਇਹਨਾਂ ਦਾ ਸਵਰਿਆ ਨਹੀਂ। ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੁੰਦੀ। ਅੱਗੋਂ ਜਿਸ ਤਰੀਕੇ ਨਾਲ ਚੌਥੇ ਦਿਨ ਦਾ ਆਨੰਦਪੁਰ ਸਾਹਿਬ ਦਾ ਇਹ ਜੰਗ ਪ੍ਰਾਰੰਭ ਹੋਵੇਗਾ, ਕੱਲ ਦੇ ਦੀਵਾਨ ਦੇ ਵਿੱਚ ਸਮੇਂ ਸਿਰ ਹਾਜ਼ਰੀਆਂ ਭਰ ਕੇ ਸਰਵਣ ਕਰਨਾ। ਵਿਚਾਰ ਕਰਦਿਆਂ ਤੁੱਛ ਜੀ ਬੁੱਧੀ ਨਾਲ ਭੁੱਲਾਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਹੈ। ਸਤਿਗੁਰੂ ਮਹਾਰਾਜ ਸਮੂਹ ਸ਼ਹੀਦ ਸਿੰਘ ਆਪ ਗੁਰੂ ਕੀ ਸੰਗਤ ਬਖਸ਼ਨੇ ਜੋਗੋ ਬਖਸ਼ ਦੇਣਾ ਜੀ। ਅਗਾਹਾਂ ਵਾਸਤੇ ਸਮਤ ਬਖਸ਼ਨੀ, ਲੇਖੈ ਕਤ ਹੈ ਨਾ ਛੂਟੀ ਹੈ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਦੋਨੋਂ ਦਿਸ਼ਾ ਨਿਸਾ ਮਹਿ ਟਿਕ ਗਏ, ਆਪ ਆਪਨੇ ਥਾਨਾ। ਘੇਰਾ ਪਾਏ ਪਰੇ ਚਹੁ ਦਿਸ ਮਹਿ, ਡਰਤ ਨ ਰਣ ਕੋ ਠਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।